ਸਾਡੇ ਪੰਜਾਬ ਦੇ ਵਿੱਚ ਇੱਕ ਬੜੀ ਗਲਤ ਧਾਰਨਾ ਹੈ ਜਿਹੜੀ ਫੈਲਾਈ ਗਈ ਹੈ ਕਲੀਸਿਆ ਦੇ ਵਿੱਚ। ਮੈਂ ਸਟੇਟ ਫਾਰਵਰਡ ਹੀ ਗੱਲਾਂ ਕਰੂੰਗਾ ਕਿਉਂਕਿ ਜਦੋਂ ਸਾਡੇ ਮਰਦ ਪ੍ਰਧਾਨ ਸਮਾਜ ਦੇ ਮਰਦ ਪਾਸਟਰ ਲੋਕ ਫੀਮੇਲਸ ਦੇ ਉੱਤੇ ਤੰਜ ਕੱਸਦੇ ਆ, ਤੇ ਮੈਂ ਸਿੱਧਾ ਕਹੂੰਗਾ ਜਿੰਨਾ ਕਿ ਮੈਨੂੰ ਹੁਣ ਤੱਕ ਫੀਡਬੈਕ ਮਿਲੀ ਆ ਆਪਣੀਆਂ ਭੈਣਾਂ ਤੋਂ ਜਿਹੜੀਆਂ ਮਿਨਿਸਟਰੀ ਦੇ ਵਿੱਚ ਨੇ, ਤੇ ਉਹ ਬਹੁਤ ਹਰਟ ਹੁੰਦੀਆਂ ਨੇ। ਤੇ ਮੇਰੀ ਲੈਂਗੁਏਜ ਵੀ ਅੱਜ ਕੁਝ ਥਾਵਾਂ ਤੇ ਮੈਂ ਹਾਰਸ਼ ਹੋਊਂਗਾ। ਸਾਡੇ ਪੰਜਾਬ ਦੇ ਪੋਲਾਈਟ ਹੀ ਰਹਿਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਪੋਲਾਈਟ ਰਹੀਏ, ਪਰ ਅੱਜ ਕੁਝ ਗੱਲਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ। ਤੇ ਪਹਿਲਾਂ ਸਭ ਤੋਂ ਮੈਂ ਕਲੀਅਰ ਕਰ ਦਵਾਂ ਕਿ ਬਾਈਬਲ ਦੀਆਂ ਦੋ ਹਵਾਲੇ ਨੇ ਬਾਈਬਲ ਦੇ ਵਿੱਚ, ਠੀਕ ਹੈ, ਜਿਹਨੂੰ ਅਕਸਰ ਜਿਹੜਾ ਮਿਸਕੋਟ ਕੀਤਾ ਜਾਂਦਾ ਹੈ ਤੇ ਮਿਸ ਅੰਡਰਸਟੂਡ ਕੀਤਾ ਜਾਂਦਾ ਹੈ ਕਲੀਸਿਆ ਦੇ ਵੱਲੋਂ। ਈਵਨ ਕਿ ਸਾਡੇ ਪਾਸਟਰਸ ਵੀ ਜਿਹੜੇ ਨੇ ਉਹ ਇਹਨਾਂ ਆਇਤਾਂ ਨੂੰ ਲੈ ਕੇ ਔਰਤਾਂ ਨੂੰ ਮਨਾ ਕਰ ਦਿੰਦੇ ਕਿ ਨਹੀਂ ਜੀ ਇਹ ਭੈਣਾਂ ਜਿਹੜੀਆਂ ਨੇ ਮਿਨਿਸਟਰੀ ਦੇ ਵਿੱਚ ਕਦਮ ਨਹੀਂ ਰੱਖ ਸਕਦੀਆਂ ਤੇ ਸੇਵਾਕਾਈ ਨਹੀਂ ਕਰ ਸਕਦੀਆਂ। ਤੇ ਉਹ ਜੋ ਦੋ ਆਇਤਾਂ ਜਿਹੜੀਆਂ, ਇੱਕ ਤੁਸੀਂ ਦੱਸ ਹੀ ਦਿੱਤੀ ਆ, ਪਹਿਲਾ ਤਮੋਥੀਅਸ 2 ਦੇ 11 ਤੋਂ 15 ਤੱਕ, ਹਾਂਜੀ 2 ਤੋਂ 11 ਤੋਂ 16 ਤੱਕ 15 ਤੱਕ। ਤੇ ਉਸ ਤੋਂ ਬਾਅਦ ਹੈਗਾ ਹੈ 1 Corinthians chapter 14, ਠੀਕ ਹੈ, ਪਹਿਲਾ ਕੁਰਿੰਥੀਆਂ 14 ਤੇ ਆਏ ਉਹਦਾ 33 ਤੋਂ ਲੈ ਕੇ 35 ਵਚਨ ਤੱਕ। ਤੇ ਇਹ ਜਿਹੜੀਆਂ ਦੋ ਆਇਤਾਂ ਨੇ ਇਹਨਾਂ ਨੂੰ ਅਕਸਰ ਜਿਹੜਾ ਮਿਸਕੋਟ ਵੀ ਕੀਤਾ ਜਾਂਦਾ ਹੈ, ਜਿਹੜਾ ਚਰਚ ਦੇ ਵੱਲੋਂ ਕੀਤਾ ਜਾਂਦਾ ਹੈ। ਕਿਉਂਕਿ ਅਕਸਰ ਮੈਂ ਇੱਕ ਨਾ ਆਪਣਾ ਸਲੋਗਨ ਜਿਹੜਾ ਮੈਂ ਤਿਆਰ ਕਰਕੇ ਰੱਖਿਆ ਹੈ ਕਿ ਇਹ ਬਾਈਬਲ ਦੇ ਵਿੱਚ ਨਹੀਂ ਲਿਖਿਆ। ਮੈਂ ਸ਼ੁਰੂ ਇਸੇ ਤੋਂ ਹੀ ਕਰੂੰਗਾ ਕਿ ਇਹ ਬਾਈਬਲ ਦੇ ਵਿੱਚ ਨਹੀਂ ਲਿਖਿਆ ਕਿ ਔਰਤਾਂ ਜਿਹੜੀਆਂ ਸੇਵਾਕਾਈ ਕਰ ਸਕਦੀਆਂ ਹਨ। ਤੇ ਮੈਂ ਉਹਨਾਂ ਲੋਕਾਂ ਨੂੰ ਅਕਸਰ ਇਹ ਵੀ ਸਵਾਲ ਪੁੱਛਦਾ ਕਿ ਮੈਨੂੰ ਤੁਸੀਂ ਸਿੱਧਾ ਹਵਾਲਾ ਚਾਹੀਦਾ, ਸਿੱਧਾ ਨਹੀਂ ਚਾਹੀਦਾ, ਠੀਕ ਹੈ, ਸਿੱਧਾ ਹਵਾਲਾ ਦੇ ਕੇ ਸਪਸ਼ਟ ਢੰਗ ਦੇ ਨਾਲ ਕਲੀਅਰ ਕਰੋ ਕਿ ਕਿੱਥੇ ਲਿਖਿਆ ਬਾਈਬਲ ਦੇ ਵਿੱਚ ਕਿ ਔਰਤਾਂ ਜਿਹੜੀਆਂ ਨੇ ਉਹ ਸੇਵਾਕਾਈ ਕਰ ਹੀ ਨਹੀਂ ਸਕਦੀਆਂ, ਜਾਂ ਔਰਤ ਜਿਹੜੀ ਆ ਉਹ ਪਾਸਟਰ ਹੋ ਹੀ ਨਹੀਂ ਸਕਦੀ। ਕਿਉਂਕਿ ਇਹ ਜ਼ਿਆਦਾ ਰੌਲਾ ਜਿਹੜਾ ਪੈਂਦਾ ਹੈ, ਜ਼ਿਆਦਾਤਰ ਰੌਲਾ ਜਿਹੜਾ ਪੈਂਦਾ ਹੈ ਉਹ ਭਾਰਤ ਦੇ ਵਿੱਚ ਪੈਂਦਾ ਹੈ। ਕਿਉਂਕਿ ਭਾਰਤ ਜਿਹੜਾ ਇੱਕ ਮਰਦ ਪ੍ਰਧਾਨ, ਖਾਸ ਕਰਕੇ ਏਸ਼ੀਅਨ ਕੰਟਰੀਜ਼ ਆ ਨਾ ਜਿਹੜੀਆਂ, ਜਿੱਥੇ ਵਿਮਨ ਨੂੰ ਜਿਹੜਾ ਬੜਾ ਡੋਮੀਨੇਟ ਕਰਕੇ ਰੱਖਿਆ ਜਾਂਦਾ ਹੈ। ਤੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਤਾਂ ਔਰਤ ਨੂੰ ਜਿਹੜੇ ਸੋਚਦੇ ਨੇ ਕਿ ਸਾਡੇ ਬਰਾਬਰੀ ਤੇ, ਹਾਂਜੀ, ਤੇ ਉਹ ਕਹਿੰਦੇ ਨੇ ਕਿ ਉਹ ਸੋਚਦੇ ਨੇ ਕਿ ਔਰਤ ਜਿਹੜੀ ਆ ਕਦੇ ਵੀ ਸਾਡੀ ਬਰਾਬਰੀ ਜਿਹੜੀ ਆ ਨਹੀਂ ਕਰ ਸਕਦੀ। ਤੇ ਇਹੋ ਰੀਜ਼ਨ ਨੇ ਕਿ ਜਿਹੜੇ ਦੋ ਆਇਤਾਂ ਨੇ, ਠੀਕ ਹੈ, 1 Corinthians, ਠੀਕ ਹੈ, ਪਹਿਲਾ ਕੁਰਿੰਥੀਆਂ 14 ਦੇ ਆਏ ਉਹਦਾ 33 ਤੋਂ ਲੈ ਕੇ 35 ਵਚਨ, ਤੇ ਉਸ ਤੋਂ ਬਾਅਦ ਜਿਹੜਾ 1 Timothy chapter 2 verse 11 to 15, ਠੀਕ ਹੈ। ਇਹ ਜਿਹੜੀਆਂ ਆਇਤਾਂ ਨੇ ਮੈਂ ਕੁਝ ਗੱਲਾਂ ਸਾਹਮਣੇ ਰੱਖਣਾ ਚਾਹੂੰਗਾ ਤੇ ਦੱਸਣਾ ਚਾਹੂੰਗਾ ਕਿ ਵੇਖੋ, ਸਭ ਤੋਂ ਪਹਿਲੀ ਗੱਲ, ਅਸੀਂ ਜਦੋਂ ਬਾਈਬਲ ਨੂੰ ਪੜ੍ਹਨਾ ਤੇ ਉਹਦੇ ਕੰਟੈਕਸਟ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ, ਠੀਕ ਹੈ। ਜਦੋਂ ਅਸੀਂ 1 Corinthians chapter 14 verse 33 to 35 ਪੜ੍ਹਦੇ ਹਾਂ ਤੇ ਇਹ ਗੱਲ ਹਮੇਸ਼ਾ ਉਸ ਗੱਲ ਨੂੰ ਯਾਦ ਰੱਖੀਏ ਕਿ ਉੱਥੇ ਕੀ ਲਿਖਿਆ ਕੀ ਆ। ਕਿਉਂਕਿ ਬਾਈਬਲ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਇੱਕ ਸ਼ਬਦ ਤੋਂ ਬਾਅਦ ਦੂਸਰੇ ਸ਼ਬਦ ਜਦੋਂ ਬੋਲਦੇ ਆ ਤੇ ਉਹਨਾਂ ਦੇ ਅਰਥ ਜਿਹੜੇ ਆ ਵੱਖਰੇ ਹੋ ਜਾਂਦੇ ਨੇ। ਇਹ ਸਾਨੂੰ ਹਮੇਸ਼ਾ ਮੰਨਣਾ ਪਊਗਾ। ਤੇ ਜਦੋਂ ਅਸੀਂ ਇਹਨਾਂ ਆਇਤਾਂ ਨੂੰ ਪੜ੍ਹਦੇ ਹਾਂ ਤੇ ਉੱਥੇ ਸਾਫ਼ ਲਿਖਿਆ ਪਿਆ ਹੈ, ਕਿਉਂ ਜੋ ਪਰਮੇਸ਼ਵਰ ਕਮਸਾਨ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ, ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਆਂ ਵਿੱਚ ਹੈ। ਮੰਡਲੀਆਂ ਵਿੱਚ ਧੀਵੀਆਂ ਚੁੱਪ ਹੋ ਰਹਿਣ, ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਸਗੋਂ ਉਹ ਅਧੀਨ ਹੋ ਕੇ ਰਹਿਣ ਜਿਵੇਂ ਸ਼ਰ੍ਹਾ ਵੀ ਕਹਿੰਦੀ ਹੈ। ਅਤੇ ਜੇ ਕੁਝ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਵਿੱਚ ਆਪੋ ਆਪਣੇ ਪਤਨੀਆਂ ਕੋਲੋਂ ਪੁੱਛਣ, ਕਿਉਂ ਜੋ ਧੀਵੀ ਦੇ ਲਈ ਮੰਡਲੀ ਵਿੱਚ ਬੋਲਣਾ ਲਾਜ਼ ਦੀ ਗੱਲ ਹੈ, ਠੀਕ ਹੈ। ਇਹ ਬਿਲਕੁਲ ਬਾਈਬਲ ਕਹਿ ਰਹੀ ਆ। ਤੇ ਇੱਕ ਗੱਲ ਮੈਂ ਹਮੇਸ਼ਾ ਮੈਂ ਇੱਥੇ ਕੋਟ ਕਰਨਾ ਚਾਹੂੰਗਾ ਕਿ ਇਸ ਆਇਤ ਦਾ ਜਿਹੜਾ, ਇਹਨਾਂ ਆਇਤਾਂ ਦਾ ਜਿਹੜਾ ਹੈ ਔਰਤ ਦੀ ਸੇਵਾਕਾਈ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ। ਜਿਹੜੇ ਬਾਈਬਲ ਦੇ ਚੰਗੇ ਜਾਣਕਾਰ ਨੇ ਉਹਨਾਂ ਨੂੰ ਸਾਫ਼ ਪਤਾ ਹੈ ਕਿ ਕੁਰਿੰਥੀਅਸ ਦੀ ਕਲੀਸਿਆ ਦੇ ਵਿੱਚ ਜਿਹੜੀਆਂ ਵਿਆਹੀਆਂ ਹੋਈਆਂ ਧੀਵੀਆਂ, ਉੱਥੇ ਸਾਫ਼ ਲਿਖਿਆ ਹੈ ਕਿ ਆਪਣੇ ਜਦੋਂ ਉਹਨਾਂ ਦੇ ਪਤੀ ਕਿਸੇ ਮੰਡਲੀ ਦੇ ਵਿੱਚ ਬੋਲ ਰਹੇ ਨੇ ਤੇ ਉਹ ਪਤਨੀਆਂ ਦੇ ਹੁੰਦੇ ਹੋਏ ਕਦੇ ਵੀ ਨਾ ਬੋਲਣ। ਕਹਿਣ ਦਾ ਭਾਵ ਕਿ ਵਿਆਹੀਆਂ ਹੋਈਆਂ ਔਰਤਾਂ ਨੂੰ ਬੋਲਿਆ ਗਿਆ ਹੈ, ਖਾਸ ਕਰਕੇ ਜਿਹੜੀਆਂ ਕੀ ਕਹਿੰਦੇ ਆ ਮੰਡਲੀ ਦੇ ਵਿੱਚ ਬੋਲਦੀਆਂ ਸਨ। ਮੰਡਲੀ ਕੋਈ ਵੀ ਸਭਾ ਹੋ ਸਕਦੀ ਹੈ, ਠੀਕ ਹੈ, ਪੰਚਾਇਤ ਹੋ ਸਕਦੀ ਆ, ਜਾਂ ਕੋਈ ਵੀ ਹੈਲਦੀ ਡਿਸਕਸ਼ਨ ਕਹਿ ਲਓ, ਠੀਕ ਹੈ। ਫੈਮਿਲੀ ਦੇ ਵਿੱਚ ਬੋਲਣ ਨੂੰ ਉਹਨਾਂ ਨੂੰ ਮਨਾ ਨਹੀਂ ਕੀਤਾ ਗਿਆ, ਪਤਨੀਆਂ ਕੋਲੋਂ ਉਹਨਾਂ ਨੂੰ ਜ਼ਰੂਰੀ ਨਹੀਂ, ਹਾਂਜੀ, ਕਲੀਸਿਆ ਦੇ ਵਿੱਚ ਉਹਨਾਂ ਨੂੰ ਬੋਲਣ ਤੋਂ ਮਨਾ ਨਹੀਂ ਕੀਤਾ ਗਿਆ, ਠੀਕ ਹੈ। ਕਹਿਣ ਦਾ ਭਾਵ ਕਿ ਇਹ ਜਿਹੜੀ ਸਮੱਸਿਆ ਸੀ ਨਾ ਕੁਰਿੰਥੀਅਸ ਦੀ ਕਲੀਸਿਆ ਦੇ ਵਿੱਚ, ਉਸ ਨੂੰ ਐਡਰੈਸ ਕਰਨ ਦੇ ਲਈ ਕੁਰਿੰਥੀਅਸ ਦੇ ਵਿੱਚ ਕਲੀਸਿਆ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਕੁਰਿੰਥ ਸ਼ਹਿਰ ਦੇ ਬਾਰੇ, ਇਹ ਇੱਕ ਵਪਾਰਕ ਅਦਾਰਾ ਸੀ ਉਹਨਾਂ ਦਿਨਾਂ ਦੇ ਵਿੱਚ,
ਠੀਕ ਹੈ। ਏਸ਼ੀਆ ਦਾ ਵਪਾਰਕ ਅਦਾਰਾ ਸੀ ਜਿੱਥੇ ਔਰਤਾਂ ਜਿਹੜੀਆਂ ਸੀ ਆਪਣੇ ਪਤੀਆਂ ਦੀਆਂ ਇੱਜ਼ਤ ਕਰਦੀ ਨਹੀਂ ਸੀ, ਆਦਰ ਨਹੀਂ ਸੀ ਕਰਦੀਆਂ। ਤੇ ਉਸ ਇਸ਼ੂ ਨੂੰ ਐਡਰੈਸ ਕਰਨ ਦੇ ਲਈ ਪੌਲਸ ਨੂੰ ਇਹ ਲਿਖਣਾ ਪਿਆ ਕਿ ਜਦੋਂ ਪਤੀ ਲੋਕ ਬੋਲਦੇ ਹੋਣ ਉਦੋਂ ਜਿਹੜੀਆਂ ਔਰਤਾਂ ਨੇ, ਇਹ ਜਨਰਲ ਢੰਗ ਦੇ ਨਾਲ ਲਿਖਿਆ, ਲਿਟਰਲੀ ਨਹੀਂ ਲਿਖਿਆ ਗਿਆ, ਠੀਕ ਹੈ, ਜਨਰਲ ਗੱਲ ਲਿਖੀ ਗਈ ਹੈ ਜਿਹਨੂੰ ਸ਼ਿਸ਼ਟਾਚਾਰ ਵੀ ਕਹਿੰਦੇ ਨੇ, ਨੈਤਿਕ ਆਧਾਰ ਵੀ ਕਹਿ ਦਿੰਦੇ ਅਸੀਂ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਚੀਜ਼ ਲਿਖੀ ਗਈ। ਸੋਸ਼ਲੀ ਕਹਿ ਲਓ ਤੁਸੀਂ ਕਿ ਤੁਸੀਂ ਆਪਣੇ ਪਤੀਆਂ ਦਾ ਜਿਹੜੇ ਡਿਸਗ੍ਰੇਸ ਆ ਜਾਂ ਸਮਾਜ ਦੇ ਵਿੱਚ ਜਦੋਂ ਵਿਚਰਦੇ ਨੇ ਤੇ ਉਹਨਾਂ ਦੇ ਕਿ ਬੋਲ ਨੂੰ ਨਾ ਟਾਲੋ, ਜੋ ਉਹ ਬੋਲਦੇ ਨੇ ਉਹਨਾਂ ਨੂੰ ਸੁਣ ਲਵੋ, ਆਪਣੀ ਜਿਹੜੀ ਆ ਰਾਏ ਉਸ ਸਮੇਂ ਨਾ ਦਿਓ। ਤੇ ਇਸ ਦਾ ਇਸ ਆਇਤ ਦਾ ਜਿਹੜਾ ਹੈ, ਠੀਕ ਹੈ, ਇਹ ਕੋਰਿੰਥਸ ਕਲੀਸਿਆ ਦੀ ਸਮੱਸਿਆ ਸੀ, ਹਰ ਕਿਸੇ ਦੀ ਸਮੱਸਿਆ ਨਹੀਂ ਸੀ। ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਆ। ਇਹ ਕੋਰਿੰਥਸ ਦੀ ਕਲੀਸਿਆ ਦੇ ਵਿੱਚ ਇੱਕ ਸਮੱਸਿਆ ਸੀ ਜਿਹਨੂੰ ਡੀਲ ਕਰਨ ਦੇ ਲਈ ਪੌਲਸ ਨੂੰ ਇਹ ਜਿਹੜੀ ਗੱਲ ਲਿਖਣੀ ਪਈ, ਠੀਕ ਹੈ, ਪਵਿੱਤਰ ਆਤਮਾ ਦੇ ਥਰੂ। ਇਹ ਗੱਲ ਹਮੇਸ਼ਾ ਯਾਦ ਰੱਖੇ, ਪਵਿੱਤਰ ਆਤਮਾ ਨੇ ਬੁਲਵਾਇਆ ਪੌਲਸ ਤੋਂ ਕਿ ਉਹ ਔਰਤਾਂ ਨੂੰ ਮੰਡਲੀ ਦੇ ਵਿੱਚ ਬੋਲਣ ਤੋਂ ਰੋਕੇ, ਕਲੀਸਿਆ ਦਾ ਪਾਦਰੀ ਹੋਣ ਤੋਂ ਨਾ ਰੋਕੇ। ਕਿਤੇ ਨਹੀਂ ਲਿਖਿਆ ਬਾਈਬਲ ਦੇ ਵਿੱਚ ਕਿ ਉਹ ਸੇਵਾਕਾਈ ਨਹੀਂ ਕਰ ਸਕਦੀਆਂ। ਅੱਗੇ ਅਸੀਂ ਬਹੁਤ ਗੱਲਾਂ ਤੇ ਡਿਸਕਸ਼ਨ ਕਰਾਂਗੇ, ਠੀਕ ਹੈ, ਹੌਲੀ ਹੌਲੀ ਵਧਾਂਗੇ। ਤੇ ਦੂਸਰੀ ਜਿਹੜੀ ਆਇਤ ਜਿਹੜੀ ਅਸੀਂ ਲੈਂਦੇ ਹਾਂ, ਠੀਕ ਹੈ, ਦੂਸਰੀ ਆਇਤ ਜਿਹਨੂੰ ਫਸਟ ਤਿਮੋਥੀ ਚੈਪਟਰ 2 ਵਰਸ 11 ਤੋਂ 15, ਠੀਕ ਹੈ, ਉਸ ਆਇਤ ਦਾ ਵੀ ਔਰਤਾਂ ਦੀ ਸੇਵਾਕਾਈ ਦੇ ਨਾਲ ਕੋਈ ਵੀ ਸਿੱਧਾ ਲੈਣਾ ਦੇਣਾ ਨਹੀਂ ਹੈ। ਮੈਂ ਸਾਫ਼ ਕਹਿਣਾ, ਬਾਈਬਲ ਦੇ ਆਧਾਰ ਤੇ ਕਹਿ ਰਿਹਾ, ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਪਹਿਲਾ ਕੁਰਿੰਥੀਆ ਉਹਦਾ 1 ਅਧਿਆਏ ਉਹਦਾ 3 ਵਚਨ ਨੂੰ ਪੜ੍ਹਦੇ ਤੇ ਉੱਥੇ ਪੌਲਸ ਜਿਹੜਾ ਹੈ ਤਿਮੋਥੀਉਸ ਨੂੰ ਇਹ ਕਹਿ ਕੇ ਗਿਆ ਕਿ ਤੂੰ ਐਫਸਸ ਦੇ ਵਿੱਚ ਹੀ ਰਹਿਣਾ, ਠੀਕ ਹੈ। ਐਫਸਸ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਉੱਥੇ ਸਾਨੂੰ ਸਾਫ਼-ਸਾਫ਼ ਪਤਾ ਕਿ ਐਫਸਸ ਦੇ ਹਾਲਾਤ ਕੀ ਸੀ। ਇਫਸਸ ਸ਼ਹਿਰ ਦੇ ਜਿਹੜੀ ਐਫਸੀਆਂ ਦੀ ਪੱਤਰੀ ਲਿਖੀ ਗਈ ਹੈ ਪੌਲਸ ਨੇ, ਠੀਕ ਹੈ, ਅਫੀਸ਼ੀਅਨਸ ਜਿਹੜੇ ਲੋਕ ਸੀ, ਐਫਸਸ ਜਿਹਨੂੰ ਕਹਿ ਦਿੰਦੇ ਆ, ਉਸ ਸ਼ਹਿਰ ਦੇ ਹਾਲਾਤ ਵੀ ਬੜੇ ਮਾੜੇ ਸੀ। ਉੱਥੇ ਵੀ ਜਿਹੜੀ ਮਿਸਕਨਸੈਪਸ਼ਨ ਪਾਈ ਗਈ ਸੀ। ਤਿਮੋਥੀਉਸ ਜਿਹੜਾ ਸੀ ਉਸੇ ਸ਼ਹਿਰ ਦੇ ਵਿੱਚ ਸੀ, ਉਸੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਪੌਲਸ ਨੂੰ ਔਰਤਾਂ ਦੇ ਲਈ ਇਹ ਗੱਲ ਜਿਹੜੀ ਹੈ ਲਿਖਣੀ ਪਈ। ਇਸ ਆਇਤ ਦਾ ਵੀ ਔਰਤਾਂ ਦੀ ਸੇਵਾਕਾਈ ਦੇ ਨਾਲ ਕੋਈ ਵੀ ਸਿੱਧਾ ਲੈਣਾ ਦੇਣਾ ਨਹੀਂ ਕਿ ਔਰਤ ਜਿਹੜੀ ਆ ਉਹ ਪਾਸਟਰ ਨਹੀਂ ਹੋ ਸਕਦੀ, ਔਰਤ ਜਿਹੜੀ ਆ ਸੇਵਾਕਾਈ ਦੇ ਵਿੱਚ ਜੰਪ ਇਨ ਨਹੀਂ ਕਰ ਸਕਦੀ। ਮੈਂ ਕਦੇ ਵੀ ਕੋਸ਼ਿਸ਼ ਕਰੋ ਕਿ ਇਹਨਾਂ ਦੋਵਾਂ ਆਇਤਾਂ ਨੂੰ ਆਧਾਰ ਬਣਾ ਕੇ ਔਰਤਾਂ ਨੂੰ ਸੇਵਾਕਾਈ ਕਰਨ ਤੋਂ ਕਦੇ ਵੀ ਰੋਕਿਆ ਨਹੀਂ ਜਾਣਾ ਚਾਹੀਦਾ। ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਬਾਈਬਲ ਦੇ ਵਿੱਚ ਇਹ ਨਹੀਂ ਲਿਖਿਆ ਕਿ ਔਰਤ ਪਾਸਟਰ ਹੋ ਸਕਦੀ ਆ, ਤੇ ਮੇਰਾ ਸਵਾਲ ਐਜ਼ ਏ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ, ਠੀਕ ਹੈ, ਤੇ ਮੈਂ ਹਮੇਸ਼ਾ ਗੱਲ ਕਰਨਾ ਕਿ ਸਾਨੂੰ ਫਿਰ ਬਾਈਬਲ ਦੇ ਵਿੱਚੋਂ ਇਹ ਵੀ ਦੱਸਣਾ ਚਾਹੀਦਾ ਹੈ ਕਿ ਔਰਤਾਂ ਜਿਹੜੀਆਂ ਹੈ ਉਹ ਸੇਵਾਕਾਈ ਕਰ ਹੀ ਨਹੀਂ ਸਕਦੀਆਂ। ਇਹ ਵੀ ਸਵਾਲ ਉੱਥੇ ਹੋਣਾ ਚਾਹੀਦਾ ਹੈ, ਕਿਉਂਕਿ ਬਾਈਬਲ ਇਸ ਮੁੱਦੇ ਤੇ ਬਿਲਕੁਲ ਸਾਇਲੈਂਟ ਆ। ਉਹ ਸਾਇਲੈਂਟ ਰਹਿਣ ਦਾ ਉਹਦਾ ਨਜ਼ਰੀਆ ਇਹੋ ਹੈ ਕਿ ਪਰਮੇਸ਼ਵਰ ਆਪਣੀ ਕ੍ਰੀਏਸ਼ਨ ਦੇ ਨਾਲ, ਆਪਣੀ ਕ੍ਰੀਏਸ਼ਨ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਵੇਖਦੇ ਹਾਂ ਜੈਨੇਸਿਸ ਚੈਪਟਰ 1 ਵਰਸ 26-27 ਦੇ ਵਿੱਚ ਕਿ ਪਰਮੇਸ਼ਵਰ ਨੇ ਉਤਪਤੀ 1 ਅਧਿਆਏ 26 ਤੇ 27 ਵਚਨ ਦੇ ਵਿੱਚ ਉੱਥੇ ਸਾਫ਼-ਸਾਫ਼ ਲਿਖਿਆ ਪਿਆ ਕਿ ਔਰਤ ਨੇ ਨਰ ਤੇ ਨਾਰੀ ਨੂੰ, ਠੀਕ ਹੈ, ਪੈਦਾ ਕੀਤਾ ਹੈ ਆਪਣੇ ਸਰੂਪ ਤੇ ਆਪਣੀ ਸਰਾਂਤਾ ਤੇ, ਠੀਕ ਹੈ। ਤੇ ਜਦੋਂ ਉਹਨਾਂ ਨੇ ਇਹਨਾਂ ਨੂੰ ਬਣਾਇਆ ਤੇ ਮੈਂ ਨਹੀਂ ਸੋਚਦਾ ਕਿ ਜਿਸ ਪਰਮੇਸ਼ਵਰ ਦੀ ਭਗਤੀ ਮੈਂ ਕਰਦਾ ਹੈ ਉਹ ਇੰਨਾ ਪੱਖਪਾਤੀ ਹੋ ਸਕਦਾ ਹੈ ਕਿ ਉਹ ਕਵੇ ਮਰਦ ਤੇਰੇ ਕੋਲੇ ਸਾਰੇ ਅਧਿਕਾਰ ਨੇ ਤੇ ਔਰਤ ਦੇ ਕੋਲੇ ਨਹੀਂ ਹੈਗਾ। ਕੋਈ ਵੀ ਆਪਣੀ ਬਣਾਈ ਹੋਈ ਚੀਜ਼ ਨੂੰ ਕਦੇ ਵੀ ਵੱਧ ਘੱਟ ਕਰਕੇ ਤੋਲ ਨਹੀਂ ਸਕਦਾ। ਦੂਸਰੀ ਗੱਲ ਭਾਜੀ, ਮੇਰਾ ਇੱਕ ਇਹ ਵਿਊ ਹੈ ਕਿ ਇਹ ਜਿਹੜੀ ਚੀਜ਼ਾਂ ਲਿਖੀਆਂ ਗਈਆਂ ਇਹ ਉਸ ਆਧਾਰ ਤੇ ਲਿਖੀਆਂ, ਉਸ ਟਾਈਮ ਦੇ ਸਮੇਂ ਦੇ ਅਨੁਸਾਰ ਲਿਖੀਆਂ ਗਈਆਂ ਹੋ ਸਕਦੀਆਂ। ਅੱਜ ਜਦੋਂ ਆਪਾਂ ਦੇਖਦੇ ਹਾਂ ਕੀ ਕੁਛ ਚੇਂਜ ਹੋਇਆ, ਉਦੋਂ ਰੇੜੇ ਚੱਲਦੇ ਸੀ, ਗੱਡੇ ਚੱਲਦੇ, ਗੱਡੀਆਂ ਆ ਗਈਆਂ, ਜਾਂ ਤੇ ਫਿਰ ਆਪਾਂ ਉਸ ਟਾਈਮ ਦੇ ਆਪਾਂ ਚੇਂਜ ਹੁੰਦੇ ਗਏ ਆਪਾਂ ਪਹਿਲਾਂ ਫਿਰ ਔਰਤ ਪੜ੍ਹਨ ਲੱਗ ਪਈ ਤੇ ਨੈਟਵਰਕ ਦਾ ਥੋੜਾ ਇਸ਼ੂ ਹੋ ਗਿਆ। ਮੇਰਾ ਇਹ ਮੰਨਣਾ ਕਿ ਔਰਤ ਪੜ੍ਹ ਨਹੀਂ ਸਕਦੀ, ਫਿਰ ਔਰਤ ਪੜ੍ਹਨ ਲੱਗ ਪਈ, ਫਿਰ ਦੇਸ਼ ਦੀਆਂ ਕਿੰਨੇ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਉਹ ਔਰਤਾਂ ਰਹੀਆਂ, ਤੇ ਪਹਿਲਾਂ ਤਾਂ ਕਦੀ ਵੀ ਨਹੀਂ ਸੀ ਏਦਾਂ ਹੁੰਦਾ। ਜਿਉਂ ਟਾਈਮ ਸਮਾਂ ਚੇਂਜ ਹੁੰਦਾ ਗਿਆ, ਹਾਂਜੀ ਭਾਈ ਜੁਆਇਨ ਕਰਕੇ, ਜਿਉਂ ਸਮਾਂ ਚੇਂਜ ਹੁੰਦਾ ਗਿਆ ਕਈ ਚੀਜ਼ਾਂ ਚੇਂਜ ਹੋਈਆਂ ਨੇ, ਠੀਕ ਜੇ, ਤੇ ਕਈ ਚੀਜ਼ਾਂ ਦੇ ਜਿਹੜੀਆਂ ਉਹ ਟਾਈਮ ਦੇ ਅਨੁਸਾਰ ਹੀ, ਟਾਈਮ ਦੇ ਹਿਸਾਬ ਨਾਲ ਹੀ ਸਹੀ ਲੱਗਦੀਆਂ। ਤੇ ਜੇ ਅਸੀਂ ਅੱਜ ਕਹੀਏ ਕਿ ਨਾ ਔਰਤ ਅੱਜ ਵੀ ਚੁੱਪ ਕਰਕੇ ਤੇ ਇੱਕ ਪਾਸੇ ਤੇ ਲੱਗੀ ਰਹੇ, ਨੁਕਰੇ ਲੱਗੀ ਰਹੇ, ਉਹਨੂੰ ਕੋਈ ਅਧਿਕਾਰ ਨਹੀਂ ਕਿ ਉਹ ਬੋਲੇ, ਉਹਨੂੰ ਕੋਈ ਅਧਿਕਾਰ ਨਹੀਂ ਕਿ ਉਹ ਕੋਈ ਆਪਣੀ ਸਲਾਹ ਦੇ, ਤੇ ਏਦਾਂ ਨਹੀਂ ਹੁੰਦਾ ਤੇ ਏਦਾਂ ਹੋ ਸਕਦਾ। ਤੇ ਕ੍ਰਿਸਚੀਅਨਿਟੀ ਇਸ ਚੀਜ਼ ਨੂੰ ਵੈਸੇ ਹੀ ਮੰਨੀ ਜਾਂਦੀ ਹੈ ਕਿ ਔਰਤ ਨੂੰ ਕਿੰਨੀ ਇਹਦੇ ਵਿੱਚ ਮਤਲਬ ਮਹੱਤਤਾ ਦਿੱਤੀ ਗਈ, ਕਿੰਨੀ ਆਜ਼ਾਦੀ। ਤੇ ਤੁਸੀਂ ਆਪਣਾ ਪੱਛਮੀ ਮੁਲਕਾਂ ਦੇ ਵਿੱਚ ਆਰਾਮ ਦੇ ਨਾਲ ਵੇਖ ਸਕਦੇ ਹੋ ਕਿ
ਜਿਹੜੇ ਮੁਲਕਾਂ ਦੇ ਵਿੱਚ ਕ੍ਰਿਸਚੀਅਨਟੀ ਜ਼ਿਆਦਾ ਕਿ ਉੱਥੇ ਆਪਾਂ ਦੇਖ ਸਕਦੇ ਹਾਂ ਕਿ ਔਰਤਾਂ ਨੂੰ ਕਿੰਨੀ ਰਿਸਪੈਕਟ ਦੇ ਨਾਲ ਤੇ ਕਿੰਨੀ ਆਜ਼ਾਦੀ ਦੇ ਨਾਲ ਦੇਖਿਆ ਜਾਂਦਾ। ਹਾਂਜੀ ਭਾਜੀ। ਹਾਂਜੀ ਹਾਂਜੀ ਹਾਂਜੀ, ਮੈਂ ਉਸੇ ਗੱਲ ਤੇ ਹੀ ਆ ਰਿਹਾ ਕਿ ਪੱਛਮੀ ਦੇਸ਼ਾਂ ਦੇ ਵਿੱਚ ਇਹ ਜਿਹੜੀ ਬਹਿਸ ਆ ਨਾ, ਇਹ ਬੜੇ ਸਾਲ ਪਹਿਲਾਂ ਖਤਮ ਹੋ ਗਈ ਸੀ। ਖਤਮ ਹੋ ਗਈ। ਹਾਂਜੀ ਹਾਂਜੀ, ਤੇ ਪੰਜਾਬ ਦੇ ਲੋਕਾਂ ਦੇ, ਖਾਸ ਕਰਕੇ ਕ੍ਰਿਸਚੀਅਨ ਪਾਸਟਰਸ ਦੇ, ਠੀਕ ਹੈ, ਜਿਨ੍ਹਾਂ ਨੂੰ ਜਿਹੜੇ ਬੜੇ ਰੈਡੀਕਲ ਮੈਂ ਕੱਟੜਵਾਦੀ ਨੇ ਜਿਹੜੇ ਕੁਝ ਗੱਲਾਂ ਦੇ ਵਿੱਚ, ਤੇ ਉਹਨਾਂ ਦੇ ਹੱਥ ਦੇ ਵਿੱਚ ਨਵਾਂ ਫੋਨ ਆਇਆ ਹੈ, ਠੀਕ ਹੈ, ਨਵੀਂ ਟੈਕਨੋਲੋਜੀ ਆਈ, ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੀਆਂ ਸਾਰੀਆਂ ਗੱਲਾਂ ਕਹਿ ਲਈਏ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਕਹਿ ਲਵਾਂ, ਠੀਕ ਹੈ, ਵੈਸਟਰਨ ਕੰਟਰੀਜ਼ ਦੇ ਵਿੱਚ ਬੜੇ ਸਾਲ ਪਹਿਲਾਂ, ਡਿਵੈਲਪਡ ਕੰਟਰੀਜ਼ ਦੇ ਵਿੱਚ, ਡਿਵੈਲਪਡ ਕੰਟਰੀ ਦੇ ਵਿੱਚ ਇਹ ਬੜੇ ਸਾਲ ਪਹਿਲਾਂ, ਕਿਉਂਕਿ ਮੈਂ ਅਕਸਰ ਇੱਕ ਸਟੇਟਮੈਂਟ ਦੇਣਾ ਕਿ ਦੇਖੋ ਕਿ ਸਵਾਲ ਇਹ ਨਹੀਂ ਹੈ, ਠੀਕ ਹੈ, ਸਵਾਲ ਇਹ ਨਹੀਂ ਹੈ ਕਿ ਕੀ ਇੱਕ ਔਰਤ ਸੇਵਾਕਾਈ ਕਰ ਸਕਦੀ ਹੈ ਜਾਂ ਨਹੀਂ, ਪਰ ਅਹਿਮ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਕੀ ਇੱਕ ਮਰਦ ਜਿਹੜਾ ਹੈ ਉਹ ਔਰਤ ਨੂੰ ਸੇਵਾਕਾਈ ਕਰਦੇ ਵੇਖਣਾ ਚਾਹੁੰਦਾ ਹੈ ਜਾਂ ਨਹੀਂ। ਸਵਾਲ ਇਹ ਨਹੀਂ ਆ, ਇਹ ਗੱਲ ਹਮੇਸ਼ਾ ਯਾਦ ਰੱਖਣੀ ਪਏਗੀ ਸਾਨੂੰ ਕਿ ਇੱਕ ਔਰਤ ਸੇਵਾਕਾਈ ਕਰ ਸਕਦੀ ਹੈ ਕਿ ਨਹੀਂ, ਪਰ ਸਵਾਲ ਇਹ ਆ, ਅਹਿਮ ਸਵਾਲ ਮੈਂ ਕਹਿੰਦਾ, ਠੀਕ ਹੈ, ਇਹ ਤਾਂ ਸਿਰਫ ਸਵਾਲ ਪੁੱਛਦੇ, ਪਰ ਮੇਰੇ ਲਈ ਇਹ ਸਵਾਲ ਉਦੋਂ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ, ਅਹਿਮ ਹੋ ਜਾਂਦਾ ਹੈ ਕਿ ਕੀ ਇੱਕ ਮਰਦ ਅੰਦਰ ਔਰਤ ਦੇ ਕੋਲੋਂ ਪਰਮੇਸ਼ਰ ਦਾ ਕਲਾਮ ਸੁਣਨ ਦੀ ਸਹਿਣ ਸ਼ਕਤੀ ਹੈ ਜਾਂ ਨਹੀਂ, ਕਿ ਉਹ ਚਾਹੁੰਦਾ ਕਿ ਮੈਂ ਸੁਣਨਾ, ਜਿਹੜੀ, ਹਾਂਜੀ, ਕਿ ਜਿਸ ਔਰਤ ਦੇ ਹੱਥਾਂ ਦੀਆਂ ਅਸੀਂ ਰੋਜ਼ ਰੋਟੀਆਂ ਖਾਂਦੇ ਹਾਂ, ਠੀਕ ਹੈ, ਜਿਸ ਔਰਤ ਦੇ ਹੱਥ ਦੇ ਧੋਤੇ ਹੋਏ ਕੱਪੜੇ ਅਸੀਂ ਪਾਉਣੇ ਆ, ਕਿ ਪ੍ਰਚਾਰ ਕਰਦੇ ਆ, ਠੀਕ ਹੈ, ਉਹੀ ਔਰਤ ਜਦੋਂ ਸਾਨੂੰ ਪ੍ਰਵਚਨ ਦੱਸਦੀ ਹੈ ਤੇ ਉਦੋਂ ਸਾਨੂੰ ਲੱਗਦਾ ਕਿ ਨਹੀਂ ਇਹ ਬੜਾ ਉਲਟਾ ਹੋ ਰਿਹਾ ਜਾਂ ਪੁੱਠਾ ਪਾਸਾ ਪੈ ਗਿਆ, ਇਹ ਗਲਤ ਬਹੁਤ ਜ਼ਿਆਦਾ ਹੋ ਗਿਆ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਵਿਚਾਰ ਕਰਨਾ ਬੜਾ ਜ਼ਰੂਰੀ ਆ, ਤੇ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਆ। ਅਸੀਂ ਸਾਰੇ ਪਰਸਪੈਕਟਿਵ ਲਵਾਂਗੇ ਕਿ ਮੇਨ ਲਾਈਨ ਚਰਚ ਜਿਹੜਾ ਕੀ ਆ, ਮੇਨ ਲਾਈਨ ਚਰਚ ਜਿਹੜੇ ਨੇ ਇਹਦੇ ਬਾਰੇ ਕੀ ਸੋਚਦੇ ਨੇ।